ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦੇ ਰਹੇ ਹੋ, ਗੱਲ ਕਰ ਰਹੇ ਹੋ। ਇੱਥੇ ਕਰਤਾਰਪੁਰ ਦੇ ਅੰਦਰ ਤੁਸੀਂ ਆਏ ਹੋ, ਹਿੰਦੁਸਤਾਨ ਤੋਂ, ਪੰਜਾਬ ਤੋਂ ਆਏ ਹੋ। ਤੇ ਪਹਿਲਾ ਸਵਾਲ ਤੇ ਮੈਂ ਤੁਹਾਡੇ ਕੋਲ ਇਹ ਪੁੱਛਣ ਜਾਵਾਂਗਾ, ਤੁਹਾਡੇ ਕੋਲ ਸਰ ਤੁਹਾਡਾ ਨਾਂ ਕੀ ਹੈ? ਨਾਰ ਸਿੰਘ। ਨਾਰ ਸਿੰਘ। ਪਹਿਲੀ ਵਾਰੀ ਤੁਸੀਂ ਆਏ ਹੋ? ਹਾਂ ਜੀ, ਪਹਿਲੀ ਵਾਰ। ਕਿੰਜ ਲੱਗ ਰਿਹਾ ਪਾਕਿਸਤਾਨ, ਪੰਜਾਬ? ਠੀਕ ਹੈ ਜੀ। ਅੱਛਾ, ਠੀਕ ਹੈ। ਤਾਂ ਕੀ ਮੁਰਾਦ ਹੈ? ਠੀਕ ਹੈ ਤਾਂ ਬੜੀ ਜਨਰਲ ਜੀ ਗੱਲ ਹੋ ਗਈ ਨਾ, ਮਤਲਬ ਇੱਕੋ ਜਿਹਾ ਹੀ ਹੈ ਜਾਂ ਲੋਕਾਂ ਦਾ ਰਵੱਈਆ ਮੁਖਤਲਿਫ ਹੈ? ਇੱਥੇ ਜ਼ਬਾਨ ਦਾ ਕੋਈ ਫਰਕ ਹੈ ਜਾਂ ਲੱਗ ਰਿਹਾ ਕਿ ਬਸ ਉਧਰ ਦੇ ਪੰਜਾਬ ਹੀ ਫਿਰ ਰਹੇ ਹੋ? ਨਹੀਂ ਜੀ, ਮਿਠਾਸ ਆ ਅੱਛਾ, ਲੋਕਾਂ ਦੀ ਬੋਲਬਾਣੀ 'ਚ, ਮਿਠਾਸ ਆ, ਮਲਾਪੜੇ ਲੋਕ ਪਿਆਰ ਕਰਦੇ ਆ। ਠੀਕ ਹੈ ਜੀ, ਇੱਜ਼ਤ ਕਰਦੇ ਆ, ਮਹਿਮਾਨ ਬਰਾਬਰ ਸਮਝਦੇ ਆ ਸਾਨੂੰ, ਆਇਆ ਯਾਤਰੀਆਂ ਨੂੰ ਅੱਛਾ, ਇੱਜ਼ਤ ਕਰਦੇ। ਠੀਕ ਹੈ, ਜ਼ਬਰਦਸਤ। ਤੁਹਾਡਾ ਕੀ ਨਾਂ ਹੈ ਸਰ? ਕੁਲਦੀਪ ਸਿੰਘ। ਅੱਛਾ, ਕੁਲਦੀਪ ਸਿੰਘ ਸਾਹਿਬ। ਤੁਸੀਂ ਇੱਕੋ ਸ਼ਹਿਰ ਦੇ ਹੋ? ਨਹੀਂ ਜੀ, ਮੈਂ ਫਤਿਹਗੜ੍ਹ ਸਾਹਿਬ ਤੋਂ। ਫਤਿਹਗੜ੍ਹ। ਅੱਛਾ ਅੱਛਾ। ਤੇ ਫਤਿਹਗੜ੍ਹ ਤੋਂ ਤੁਸੀਂ ਪਹਿਲੀ ਵਾਰੀ ਆਏ ਹੋ ਪੰਜਾਬ? ਹਾਂਜੀ, ਪਹਿਲੀ ਵਾਰੀ ਆਇਆ। ਤੁਹਾਡਾ ਕੀ ਖਿਆਲ ਹੈ, ਕਿੰਜ ਲੱਗ ਰਿਹਾ ਮਾਹੌਲ ਇੱਥੇ? ਮੈਨੂੰ ਤੇ ਕੋਈ ਫਰਕ ਲੱਗਿਆ ਨਹੀਂ। ਅੱਛਾ, ਬਸ ਉਹੀ ਕੁਛ ਆ, ਸਾਰੇ ਆਪਣੇ ਹੀ ਨੇ। ਇਹ ਤਾਂ ਸਮੇਂ ਦੀਆਂ ਉਧਰ ਫਿਰਦੇ ਆਪਣੇ ਕਿ ਇੱਧਰ ਫਿਰਦੇ ਆ। ਅੱਛਾ, ਕੀ ਕਹਿ ਰਹੇ ਹੋ ਤੁਸੀਂ? ਮੈਂ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਣ ਡਿਆ ਵੀ ਆਪਾਂ ਆਪਣੇ ਪਿੰਡ ਹੀ ਫਿਰਦੇ, ਸਾਨੂੰ ਜਾਪਣ ਡਿਆ ਵੀ ਆਪਣੇ ਘਰ ਹੀ ਫਿਰਦੇ, ਇਹੋ ਜਿਹਾ ਮਾਹੌਲ ਹੀ ਨਹੀਂ ਕੋਈ। ਨਹੀਂ ਜੀ, ਸਾਨੂੰ ਤਾਂ ਕੋਈ ਫਰਕ ਨਹੀਂ। ਸਾਨੂੰ ਤਾਂ ਜਿਸ ਤਰ੍ਹਾਂ ਦਾ ਉੱਥੇ ਆ ਉਹਦੇ ਨਾਲੋਂ ਵੀ ਵਧੀਆ ਇੱਥੇ ਲੱਗਦਾ ਜੀ। ਅੱਛਾ, ਤੁਸੀਂ ਉੱਥੇ ਕਰਦੇ ਕੀ ਹੋ? ਖੇਤੀਬਾੜੀ। ਤੇ ਬਾਕੀ ਵੀ ਖੇਤੀਬਾੜੀ ਦੇ ਨਾਲ? ਮੈਂ ਕੰਮ ਕਰਦਾ। ਤੁਸੀਂ ਕੀ ਕੰਮ ਕਰਦੇ ਹੋ? ਬਿਜ਼ਨਸ ਹੈ ਮੇਰਾ। ਤੁਸੀਂ ਬਿਜ਼ਨਸਮੈਨ ਨਾਲ ਤੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ, ਠੀਕ ਹੈ ਨਾ। ਖੇਤੀਬਾੜੀ ਨਾਲ, ਕਿਉਂਕਿ ਪਾਕਿਸਤਾਨੀ ਜਿਹੜਾ ਕਿਸਾਨ ਹੈ ਤੇ ਉਧਰ ਦਾ ਜਿਹੜਾ ਕਿਸਾਨ ਹੈ, ਉਹਦੇ 'ਚ ਬਹੁਤ ਸਾਰੀ ਗੱਲਾਂ ਇੱਕੋ ਜਿਹੀਆਂ ਵੀ ਨੇ ਬਈ। ਉਹਦੇ ਨਾਲ ਬਹੁਤ ਜ਼ੁਲਮ ਹੋ ਰਿਹਾ, ਮਾਤੜ ਹੈ, ਠੀਕ ਹੈ ਨਾ। ਸਰਕਾਰਾਂ ਬਹੁਤ ਜ਼ਿਆਦਾ ਸਾਥ ਨਹੀਂ ਦਿੰਦੀਆਂ, ਫਿਰ ਉਹ ਤੋਂ ਪ੍ਰਾਈਵੇਟ ਕੰਪਨੀਆਂ ਆ ਗਈਆਂ ਨੇ ਤੇ ਉਹ ਜਿਹੜਾ ਛੋਟਾ ਕਿਸਾਨ ਹੈ ਉਹ ਤੇ ਉਂਝ ਮਰ ਮੁੱਕ ਗਿਆ ਦੋਵੇਂ ਪਾਸੇ। ਲੇਕਿਨ ਇੱਕ ਫਰਕ ਬਹਰਹਾਲ ਉਧਰ ਦੇ ਪੰਜਾਬ ਦੇ ਕਿਸਾਨ ਦੇ ਅੰਦਰ ਸਾਨੂੰ ਨਜ਼ਰ ਆਉਂਦਾ ਹੈ। ਉਹਨੇ ਅੰਦੋਲਨ ਕੀਤਾ, ਜਿਹੜੇ 3 ਕਾਨੂੰਨ ਆਏ ਸਨ ਮੋਦੀ ਦੇ, ਤੁਸੀਂ ਵਾਪਸ ਦਿਲਾਏ, ਬੜੀ ਹਿੰਮਤ ਕੀਤੀ ਤੁਸੀਂ। ਹਾਂਜੀ ਹਾਂਜੀ ਹਾਂਜੀ। ਦੱਸੋਗੇ ਕੁਛ ਉਸ ਬਾਰੇ? 11 ਮਹੀਨੇ ਚੱਲਿਆ ਜੀ ਪੂਰਾ। ਉਹਦੇ ਕਰਕੇ ਹੀ 11 ਪੰਜਾਬ ਨੂੰ ਲੋਕ ਸਮਝਣ ਲੱਗ ਗਏ ਵੀ ਪੰਜਾਬ ਦੇ ਨਾਲ ਸਾਰੀ ਦੁਨੀਆ ਲੱਗ ਗਈ, ਹੋਰ ਸਟੇਟਾਂ ਵੀ ਲੱਗ ਗਈਆਂ, ਪਹਿਲਾਂ ਕਦੇ ਨਹੀਂ ਲੱਗੀਆਂ। ਇਹ ਧਰਨੇ ਕਰਕੇ ਹੀ ਲੱਗੀਆਂ। ਚਾਹੇ ਸਾਡਾ ਬਹੁਤ ਜ਼ਿਆਦਾ 700 ਕਿਸਾਨ ਸ਼ਹੀਦ ਹੋ ਗਿਆ, ਉੱਥੇ ਵੀ ਸਾਡੇ ਮਲੇਰਕੋਟਲੇ ਤੋਂ 13 ਮਹੀਨੇ ਲੰਗਰ ਚੱਲਿਆ। ਮਲੇਰਕੋਟਲੇ ਦੇ ਜਿਹੜੇ ਬਸਿੰਦੇ ਤੁਸੀਂ ਵੀ ਜਾਣਦੇ ਹੋ, ਸਾਡਾ ਏਰੀਆ ਤੁਹਾਡੇ ਵਾਲਾ ਹੀ ਹੈ। 13 ਮਹੀਨੇ ਉਹਨਾਂ ਨੇ ਲੰਗਰ ਚਲਾਇਆ ਉੱਥੇ, ਸਾਡੇ ਨਾਲ ਪੂਰਾ ਸਾਥ ਦਿੱਤਾ। ਸਾਨੂੰ ਤਾਂ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਮੋਦੀ ਸਰਕਾਰ ਜਿੱਤ ਜਾਏ ਉੱਥੇ, ਤੇ ਇਹ ਕਿਸਾਨ ਨੂੰ ਨਾ ਵਾਕਈ। ਨਹੀਂ ਜੀ, ਜੇ ਇਹ ਧਰਨਾ ਨਾ ਲੱਗਦਾ ਤਾਂ ਜਿੱਤੀ ਹੋਈ ਸੀ। ਧਰਨੇ ਕਰਕੇ ਕਾਫੀ ਕੁਝ ਉਹਨੂੰ ਸਮਝ ਆ ਗਿਆ ਵੀ ਆਪਾਂ ਇੰਨਾ ਧੱਕਾ ਨਹੀਂ ਕਰ ਸਕਦੇ। ਅੱਛਾ, ਵੈਸੇ ਬੜੀ ਜ਼ਬਰਦਸਤ ਗੱਲ ਹੈ ਕਿ ਕਿਸਾਨ ਅਕਸਰੀਅਤ ਜਿਹੜੀ ਹੈ ਨਾ, ਅਗਰ YBG ਦੀ ਗੱਲ ਕਰਨੀ ਹੈ, ਤੇ ਉੱਥੇ ਦਾ ਜਿਹੜਾ ਪੰਜਾਬ ਹੈ, ਉਹਦਾ ਜਿਹੜਾ ਵੋਟ ਦੇਣ ਦਾ ਪੈਟਰਨ ਹੈ ਨਾ, ਉਹ ਵੀ ਡਿਪੈਂਡ ਕਰਦਾ ਹੈ ਕਿ ਬਈ ਜਿਹੜੀ ਹਕੂਮਤ ਪਾਲਿਸੀ ਬਣਾਉਂਦੀ ਹੈ ਉਹ ਖੇਤੀਬਾੜੀ ਦੇ ਹਵਾਲੇ ਨਾਲ ਕਿਸਾਨ ਦੇ ਹੱਕ 'ਚ ਹੈ, ਉਹਦੇ ਹਿੱਤ 'ਚ ਹੈ ਜਾਂ ਉਹਦੇ ਖਿਲਾਫ ਹੈ ਨਾ। ਤੇ ਅਕਾਲੀ ਦਲ ਦਾ ਉੱਥੋਂ ਗਾਇਬ ਹੋਣਾ, ਮੋਦੀ ਦੇ ਮਤਲਬ ਹਾਲਾਤ ਹੋ ਰਹੀ ਨੇ, ਉਹਦੀ ਵਜ੍ਹਾ ਇਹੀ ਹੈ ਕਿ ਜਿਹੜੇ ਹੁਣ ਦੀ ਹਕੂਮਤ ਹੈ ਉਹ ਕਿਸਾਨ ਦੋਸਤ ਹੈ ਉੱਥੇ ਦੀ, ਜਾਂ ਕੀ ਇਹਦੇ ਬਾਰੇ 'ਚ ਕੁਝ ਬੋਲੋਗੇ? ਦੇਖੋ ਜੀ, ਹੁਣ ਦੀ ਹਕੂਮਤ ਹੈ ਜਿਹੜੀ ਕੁਝ ਕੰਮ ਕਿਸਾਨਾਂ ਵਾਸਤੇ ਕਰ ਰਹੀ ਹੈ। ਮਸਲਨ ਜਿਵੇਂ ਨਹਿਰਾਂ ਦਾ ਪਾਣੀ ਹੈ, ਜਿਹੜੇ ਸੂਏ ਉਰੇ ਸੂਰੀ ਕਹਿੰਦੇ ਨੇ, ਹਾਂ ਛੋਟੇ ਸੂਏ, ਜਿਹੜਾ ਪਹਿਲਾਂ ਆਪਾਂ 28% ਪਾਣੀ ਵਰਤਦੇ ਸੀ ਉਹ 74% ਯੂਜ਼ ਕਰਨ ਲੱਗ ਗਏ। ਹਰ ਕਰੀਬ 70-80% ਪਾਣੀ ਪਹੁੰਚ ਗਿਆ ਹੈ, ਨਹਿਰੀ ਪਾਣੀ, ਜਿਹਦੇ ਨਾਲ ਆਪਣਾ ਜਿਹੜਾ ਹੁਣ ਤੁਹਾਡੇ ਇੱਥੇ ਪੁੱਛਿਆ ਮੈਂ 40 ਫੁੱਟ ਤੇ ਪਾਣੀ ਹੈ। ਅੱਛਾ, ਜਿਹੜਾ ਸਾਡਾ ਪੰਜਾਬ ਦਾ ਪਾਣੀ ਆ 100 ਫੁੱਟ ਤੋਂ ਥੱਲੇ ਹੈ। ਇੱਥੇ ਪ੍ਰੈਸ਼ਰ ਵਾਲੇ ਪੰਪ ਹੁਣ ਚੱਲਦੇ ਨੇ, ਅਸੀਂ ਉਹ 30 ਸਾਲ ਪਹਿਲਾਂ ਛੱਡ ਚੁੱਕੇ ਹਾਂ, ਪਾਣੀ ਨਹੀਂ ਆਉਂਦਾ ਉਹਨਾਂ ਨਾਲ। ਹਾਂ, ਇਹ ਤਾਂ ਖਤਰਨਾਕ ਗੱਲ ਹੈ ਨਾ। ਹਾਂਜੀ, ਸਮਰਸੀਬਲ ਤੋਂ ਬਿਨਾਂ ਪਾਣੀ ਨਹੀਂ ਆਉਂਦਾ। ਔਰ ਇਹ ਅਗਰ ਪਾਣੀ ਦਾ ਵੀ ਆਪਾਂ ਹੱਲ ਕਹੀਏ ਤਾਂ ਇਹ ਕੰਮ ਬੜਾ ਅੱਛਾ ਕਰਿਆ। ਬਾਕੀ ਤਾਂ ਸਾਰੇ ਇੱਕੋ ਤਰ੍ਹਾਂ ਦੇ ਹੀ ਹੁੰਦੇ ਨੇ। ਹਾਂ, ਇਹ ਤੇ ਤੁਹਾਡੀ ਗੱਲ ਠੀਕ ਹੈ। ਮਤਲਬ ਰੂਟ 'ਚ ਸੁਧਾਰ ਇਹਨਾਂ ਨੂੰ ਮਾਈਕ ਦੇਣਾ। ਹਾਂ, ਬਸ ਠੀਕ ਹੈ ਜੀ। ਨਹੀਂ ਬੋਲੋ ਨਾ, ਬੋਲੋ। ਲਾਈਟ, ਬਿਜਲੀ, ਕਿਸਾਨ ਨਹੀਂ ਬਿਜਲੀ, ਲਾਈਟ, ਸਾਡੀਆਂ ਮੋਟਰਾਂ, ਟਿਊਬਵੈੱਲ ਕਨੈਕਸ਼ਨ, ਜਿਹੜੇ ਸਾਡੇ ਮੋਟਰਾਂ ਚੱਲਦੀਆਂ, ਲਾਈਟ 'ਚ ਵੀ ਉਸ ਨਾਲ ਸੁਧਾਰ ਕੀਤਾ। ਅੱਛਾ, ਮਤਲਬ ਨਿਰਵਿਘਨ 8 ਘੰਟੇ ਬਿਜਲੀ ਸਾਨੂੰ ਦਿੰਦੇ ਰਹੇ, ਨਿਰਵਿਘਨ, ਮਤਲਬ ਘੱਟ ਘੁੱਟ ਨਹੀਂ ਕੋਈ ਖਾਸ ਲੱਗਦਾ। ਜ਼ਬਰਦਸਤ। ਲੇਕਿਨ ਇਹ ਇੱਕ ਅੱਛੀ ਪਾਲਿਸੀ ਹੈ। ਤੁਸੀਂ ਵੀ ਅੱਛਾ,
ਕੀ ਕਹਿ ਰਹੇ ਹੋ? ਟਿਊਬਲਾਂ ਦੀ ਜਿਹੜੀ ਬੱਤੀ ਹੈ ਸਾਰਾ ਦਿਨ ਉਹਨਾਂ ਦਾ ਚੱਲਦੀ ਹੈ ਜੀ। 8 ਘੰਟੇ ਦਾ ਵੀਹ ਟਾਈਮ ਆਉਂਦੀ ਚੱਲਦਾ 8 ਘੰਟੇ ਦੇ ਦਿਨ ਚ ਆਉਂਦੀ ਹੈ ਦਿਨ ਚ ਦਿਨ ਵੇਲੇ ਹਾਂ, ਆਉਂਦੀ ਇਹ ਹੈ, ਵੀ ਰਾਤ ਉਹਨਾਂ ਨਹੀਂ ਦੀ ਸ਼ਬਦ ਸੀ। ਦਿਨ ਵੇਲੇ ਆਉਂਦੀ ਹੈ। ਵੀ ਮਤਲਬ ਅੱਗੇ ਲਾਈਟ 24 ਘੰਟੇ ਦੇ ਵਿੱਚ ਕੁਛ ਦਿਨ ਰਾਤ ਨੂੰ ਆਉਂਦੀ ਸੀ। ਉਹ 3 ਸ਼ਿਫਟਾਂ ਬਣਾਉਂਦੇ ਸੀ ਜੀ 24 ਘੰਟਿਆਂ 'ਚ 8 5-7 ਉਹ 'ਚੋਂ ਕਸ਼ਟ ਵਾਲਾ ਲੱਗਦਾ ਸੀ। ਕਈ ਵਾਰੀ ਘੰਟੇ ਦਾ ਲੱਗ ਜਾਣਾ, ਕਦੇ 2 ਘੰਟੇ ਦਾ ਵੀ ਲੱਗ ਜਾਣਾ। ਤਕਰੀਬਨ 7-8 ਘੰਟੇ ਦੇ ਵਿੱਚ 4-5 ਘੰਟੇ ਲਾਈਟ ਆਉਂਦੀ ਸੀ ਤੇ 2-3 ਘੰਟਿਆਂ 'ਚ ਖਰਾਬ ਹੋ ਜਾਂਦੇ ਇਕੱਠਾਂ ਕੁੱਟਾਂ 'ਚ। ਨਹੀਂ ਤੇ ਤਾਂ ਹੁਣ ਕੋਈ ਕਿਸਾਨ ਦਾ ਖਰਚਾ ਪੂਰਾ ਹੁੰਦਾ ਉਹਨੂੰ ਕੁਝ ਬਚਦਾ ਕਿ ਨਹੀਂ? ਖਰਚਾ ਤਾਂ ਆਏ ਆ ਜੀ, ਥੋੜ੍ਹਾ ਜਿਹਾ ਸਾਨੂੰ ਜਨਰੇਟਰ ਲਾਉਣੇ ਪੈਂਦੇ ਸੀ ਝੋਨੇ ਲਾਉਣ ਮੌਕੇ, ਤੇ ਉਦੋਂ ਲਾਈਟ ਦਾ ਕੱਟ ਕੁੱਟ ਕੋਈ ਜ਼ਿਆਦਾ ਲਾ ਦਿੰਦੇ ਸੀ। ਐਤਕੀ ਥੋੜ੍ਹਾ ਜਿਹਾ ਲੋਕਾਂ ਨੂੰ ਜਨਰੇਟਰ ਘੱਟ ਲਾਉਣੇ ਪਏ ਆ। ਕੁਝ ਬਚਤ ਹੁੰਦੀ ਹੈ? ਹਾਂ ਜੀ ਹਾਂ ਠੀਕ। ਅੱਛਾ ਮੈਂ ਜੀ ਤੁਸੀਂ ਕੁਝ ਬੋਲ ਰਹੇ ਹੋ? ਬਚਤ ਬੜੀ ਆ ਸਾਡੀ ਤੇ ਜਿਹੜੀ 24 ਘੰਟੇ ਬੱਤੀ ਘਰਾਂ ਦੀ ਤੇ ਜਾਂਦੀ ਹੀ ਨਹੀਂ ਜਦੋਂ ਦੀ ਆਹ ਸਰਕਾਰ ਬਣੀ ਆ। ਨਾ ਸਾਡੀ ਬੰਬੀਆਂ ਦੀ ਜਾਂਦੀ ਜਿੰਨੀ ਉਹਨਾਂ ਨੇ ਆਖਿਆ। ਇਹ ਤੇ ਇਹਨੂੰ ਮੰਨਣਾ ਪਏਗਾ ਪੰਜਾਬ ਗੌਰਮੈਂਟ ਨੂੰ, ਜਿਹੜਾ ਉਹਨਾਂ ਨੇ ਕੰਮ ਕੀਤੇ ਆ ਨਾ। ਚਲੋ ਹੋਰ ਤੇ ਤੁਹਾਨੂੰ ਪਤਾ ਹੀ ਆ ਵੀ ਕਿ ਦੇਣਾ ਇਹਨਾਂ ਨੂੰ ਕੀ ਆ। ਇਹ ਦੋ ਸਹੂਲਤਾਂ ਤੇ ਸਾਡੇ ਚੱਲਦੀਆਂ ਨੇ ਬੜੀਆਂ, ਤੇ ਹੋਰ ਤੇ ਤੁਹਾਨੂੰ ਪਤਾ ਵੀ ਦਾਅ ਤੇ ਲਾਉਂਦੇ ਰਹਿੰਦੀ ਹੈ ਸਰਕਾਰ ਵੀ ਇੱਧਰ ਹੋ ਗਈ ਇੱਧਰ ਉੱਧਰ ਹੋ ਗਈ। ਉਹ ਕੋਈ ਮਤਲਬ ਨਹੀਂ ਇਹਨਾਂ ਦਾ। ਅੱਛਾ ਮੈਂ ਅਗਰ ਤੁਹਾਡੇ ਕੋਲ ਪੁੱਛਾਂ ਨਾ ਤਾਂ ਇਸ ਵਾਰੀ ਜਿਹੜੀ ਵਿਧਾਨ ਸਭਾ ਦੀ ਗੱਲ ਨਹੀਂ ਕਰ ਰਿਹਾ ਮੈਂ, ਅਗਰ ਅਸੀਂ ਵੱਡੇ ਅਸੈਂਬਲੀ ਦੇ ਵੱਡੀ ਸਭਾ ਦੀ ਗੱਲ ਕਰੀਏ ਨਾ ਤੇ ਮੋਦੀ ਦੀ ਸੀਟਾਂ ਘਟੀਆਂ ਨੇ, ਹੈ ਨਾ, ਕੋਈ 40-50 ਸੀਟਾਂ ਘਟੀਆਂ ਨੇ, ਲੇਕਿਨ ਉਹਨਾਂ ਜਗ੍ਹਾ ਦੇ ਉੱਤੇ ਵੀ ਉਹ ਜਿੱਤਿਆ। ਮੈਂ ਦੇਖ ਰਿਹਾ ਸਾਂ ਸਾਊਥ ਦੇ ਅੰਦਰ ਉਹ ਸੀਟਾਂ ਲੈ ਗਈ ਹੈ ਬੀਜੇਪੀ, ਤੇ ਵਿਧਾਨ ਸਭਾ ਦੇ ਜਿਹੜੇ ਚੋਣਾਂ ਹੋਈਆਂ ਨੇ ਉਹਦੇ ਅੰਦਰ ਵੀ ਬੜੇ ਜ਼ਬਰਦਸਤ ਰਿਜ਼ਲਟ ਆਇਆ ਮੋਦੀ ਦੇ ਆਖ। ਪੰਜਾਬ ਨੇ ਲੇਕਿਨ ਇਨਕਾਰ ਕੀਤਾ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਵੀ ਜਿਹੜੀ ਕਿਸਾਨਾਂ ਦੇ ਧਰਨੇ ਲੱਗਦੇ ਜਾਂ ਕੋਈ ਨਹੀਂ ਦਿੰਦਾ ਪੂਰਾ, ਸਾਰੇ ਦੂਜੀਆਂ ਸਾਰੀਆਂ ਸਟੇਟਾਂ ਨੂੰ ਉਹ ਦਿੰਦਾ। ਅੱਛਾ ਜਿਹੜਾ ਉਧਰੋਂ ਜਿੱਤ ਆਇਆ ਜਾਂ ਕਰ ਆਇਆ ਉਧਰ ਉਹ ਪੈਸਾ ਦੇ ਕੇ ਦੂਜੀਆਂ ਜ਼ਿਲ੍ਹਿਆਂ ਨੂੰ, ਤੇ ਉਹ ਉਧਰੋਂ ਜਿੱਤ ਗਏ। ਕਿ ਹੋਇਆ ਜੀ ਉਧਰ ਸਾਰੇ ਇੱਕੋ ਹੀ ਪਾਰਟੀ ਦੇ, ਅੱਛਾ ਹਿੰਦੂ ਧਰਮ ਦੇ। ਕੁੱਲ ਮਿਲਾ ਕੇ ਹੀ ਪੰਜਾਬ ਹੀ ਅੜਦਾ ਹੈ। ਉਹੀ ਬੁਰਾ ਲੱਗਦਾ ਉਹੀ ਇਹ ਮੋਦੀ ਸਰਕਾਰ ਆ, ਵਪਾਰੀਆਂ ਦੀ ਸਰਕਾਰ ਆ। ਵਪਾਰੀਆਂ ਦੀ ਹੈ ਬਿਲਕੁਲ। ਵਪਾਰੀਆਂ ਦੀ ਸਰਕਾਰ ਆ, ਵਪਾਰੀ ਇਹਨਾਂ ਨੂੰ ਫੰਡ ਦਿੰਦੇ ਆ, ਤਕੜੇ ਵਪਾਰੀ, ਫਰਕ ਨਹੀਂ ਗਾ ਆਪਣੇ ਤੇ ਉਹ ਮਤਲਬ ਵਪਾਰੀਆਂ ਦੇ ਇਸ਼ਾਰੇ ਤੇ ਚੱਲਦੀ ਸਰਕਾਰ। ਇਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ ਸਰ, ਇਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਕਲਮ ਤੋੜ ਦਿੱਤਾ ਹੈ ਕਿ ਅਡਵਾਨੀ ਤੇ ਅਡਾਨੀ ਜਿਹੜੇ ਨੇ ਉਹ ਪਾਲਿਸੀ ਤੈਅ ਕਰਨਗੇ ਜਾਂ ਇੱਥੇ ਦਾ ਜਿਹੜਾ ਨੇਟਿਵ ਬੰਦਾ ਹੈ, ਇੱਥੇ ਦਾ ਜਿਹੜਾ ਰਹਿਣ ਵਾਲਾ ਹੈ, ਵਸਨੀਕ ਹੈ, ਉਹ ਤੈਅ ਕਰੇਗਾ। ਅੱਛਾ ਖੈਰ ਮੈਂ ਪੰਜਾਬ ਦੇ ਉੱਤੇ ਇਹ ਮਾਮਲਾਤ ਦੇ ਉੱਤੇ ਤਾਂ ਜ਼ਰੂਰ ਗੱਲ ਹੋਏਗੀ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ ਵਾ ਕਿ ਹੁਣ ਕਹਿੰਦੇ ਨੇ ਘੱਟੋ ਘੱਟ ਰੇਟ, ਉਹ ਇਸ ਵਾਰੀ ਅਸੀਂ ਇੱਥੇ ਦੇਖ ਰਹੇ ਹਾਂ ਪੰਜਾਬ ਦੇ ਅੰਦਰ ਨਾ। ਹੁਣ ਮੈਂ ਆਪਣਾ ਰੋਣਾ ਨਹੀਂ ਰੋ ਰਿਹਾ, ਲੇਕਿਨ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਨਾ ਕਿ ਤੁਸੀਂ ਹੁਣ ਉਧਰ ਪੰਜਾਬ ਤੋਂ ਆਏ ਹੋ, ਅਸੀਂ ਇੱਧਰ ਉੱਤੇ ਪੰਜਾਬ ਦੇ ਬੈਠੇ ਹਾਂ, ਤੇ ਤੁਹਾਡੇ 'ਚੋਂ ਅਕਸਰੀਅਤ ਦਾ ਜਿਹੜਾ ਇੱਕ ਉਹ ਕੀ ਹੁਣ ਕਹਿੰਦੇ ਨੇ ਬੈਕਗਰਾਊਂਡ ਜਿਹੜਾ ਉਹ ਖੇਤੀਬਾੜੀ ਦਾ, ਤੇ ਇੱਥੇ ਹੁਣ ਆਹਿਸਤਾ ਨਹੀਂ ਬੜੀ ਤੇਜ਼ੀ ਨਾਲ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਈ ਹੈ। ਇੱਥੇ ਵੀ ਜਿਹੜਾ ਨਾ ਵਪਾਰੀ ਜਿਹੜਾ ਉਹ ਕਣਕ ਲੈਣ ਆ ਗਿਆ, ਹਾਂ ਜੀ ਠੀਕ ਹੈ ਨਾ। ਇਸ ਵਾਰੀ ਕਣਕ ਵਪਾਰੀ ਲੈ ਰਿਹਾ, ਸਰਕਾਰਾਂ ਪਿੱਛੇ ਜਾ ਰਹੀਆਂ ਨੇ। ਪਤਾ ਨਹੀਂ ਕਦੋਂ ਦੀ ਪਾਲਿਸੀ ਬਣੀ ਸੀ, ਸਰਕਾਰ ਨਹੀਂ ਲੈ, ਲੇਕਿਨ ਫਿਰ ਵੀ ਹੁਣ ਕੋਈ ਕੰਪਨੀਆਂ ਤੇ ਸਰਕਾਰ ਦੀ ਗੱਠਜੋੜ ਦੇ ਨਾਲ ਕੋਈ 3600 ਰੇਟ ਬਣਿਆ। ਹੁਣ ਕਰੰਸੀ ਦਾ ਫਰਕ ਤੁਸੀਂ ਆਪ ਦੇਖ ਲਓ, 3600 ਬਣਿਆ, 3500 3600 3500 ਬਣਿਆ, ਠੀਕ ਹੈ ਨਾ। ਕੁਇੰਟਲ ਦਾ ਕਮਾਂਦਾ 40 ਕਿਲੋ ਦਾ, ਚੱਲਦੇ ਸਾਡੇ 100 ਕਿਲੋ ਦਾ ਉਹੀ 100 ਕਿਲੋ ਦਾ ਬੜਾ ਫਰਕ ਹੈ। ਤੇ ਉਹ 100 ਕਿਲੋ ਦਾ ਮੈਂ ਸੁਣ ਰਿਹਾ ਸੀ ਕਿ 2500 ਰੱਖਿਆ। 285 ਰੁਪਏ 2500 ਚੰਗਾ ਰੇਟ ਹੈ ਛੋਟੇ ਕਿਸਾਨ ਵਾਸਤੇ। ਅੱਛਾ ਨਹੀਂ ਬੋਲੋ ਨਾ ਸਰ, ਕੋਈ ਮਹਿੰਗਾਈ ਦੇ ਹਿਸਾਬ ਨਾਲ ਇਹ ਮਹਿੰਗਾਈ ਨਹੀਂ ਤਾਂ ਇੱਕ ਕਰਕੇ ਗੱਲ ਕਰ ਰਹੇ ਤੁਸੀਂ ਪਹਿਲੇ ਬੋਲਣਾ। ਤੁਸੀਂ ਅਗਰ ਖਰਚੇ ਲਾ ਕੇ ਦੇਖੋਗੇ ਤੇ ਬਹੁਤ ਘੱਟ ਰੇਟ ਹੈ। ਅੱਛਾ ਔਰ ਅੱਗੇ ਆਉਣ ਵਾਲੇ ਸਮੇਂ 'ਚ ਦੇਖੋ ਕਣਕ ਕੀ ਘਾਪ ਵਿਕੂਗੀ, ਜਿਹੜੇ ਪ੍ਰਾਈਵੇਟ ਲੈ ਰਹੇ ਨੇ ਉਹਨਾਂ ਦੇ ਕੀ ਰੇਟ ਹੋਣਗੇ ਥੋੜੇ ਸਮੇਂ 'ਚ ਪਤਾ ਲੱਗ ਪ੍ਰਾਈਵੇਟ ਅਦਾਲਿਆਂ ਨੇ ਕਣਕ ਮਹਿੰਗੀ ਵੇਚਣੀ ਸਾਡੀ। ਕਣਕ ਮਤਲਬ ਸਾਡੀ ਜਿਹੜਾ ਮੰਡੀ 'ਚ ਸਾਨੂੰ ਭਾਅ ਮਿਲ ਗਿਆ, ਸਰਕਾਰ ਨੇ ਖਰੀਦੀ, ਵਪਾਰੀ ਜਿਹੜੀ ਉਹ ਕਣਕ ਉਹ ਸਟੋਰ ਕਰ ਲੈਂਦੇ ਆ, ਮੁੜ ਕੇ ਮਹਿੰਗੀ ਵੇਚਦੇ। ਇੱਕ ਕੰਪਨੀ ਆਈ, ਉਹਨੇ ਫ੍ਰੀ ਦੇ ਦਿੱਤਾ, ਮੋਬਾਈਲ ਦੀ ਕੰਪਨੀ। ਉਸ ਤੋਂ ਬਾਅਦ ਅੱਜ ਕੱਲ੍ਹ ਉਹੀ ਰੇਟ ਹੈ, ਉਹੀ ਤੈਅ ਕਰਦਾ ਕੀ ਰੇਟ ਚੱਲੂਗਾ। ਉਹ ਜਿੰਨਾ ਉਹਨੇ ਖਰਚਾ ਐਡ 'ਤੇ ਕਰਨਾ ਸੀ ਉਹੀ ਖਰਚਾ ਉਹਨੇ ਫ੍ਰੀ ਦੇ ਕੇ ਕਰਤਾ, ਸਾਲ ਫ੍ਰੀ ਦਿੱਤਾ। ਉਸ ਤੋਂ ਬਾਅਦ ਹੁਣ ਦੇ ਕੋਈ ਹਾਲ ਹੈ, ਉਹੀ ਹਾਲ ਕਣਕ ਦਾ ਹੋਣਾ। ਜੇ ਆਪੇ ਆਈਡੀਆ ਲਾ ਲਓ, ਅਗਰ ਇਹ ਬਾਕੀ ਚੀਜ਼ਾਂ 'ਤੇ ਜਦੋਂ ਸਰਕਾਰ ਦਾ ਕਬਜ਼ਾ ਨਹੀਂ ਹੈ, ਜਦੋਂ ਕਣਕ 'ਤੇ ਕਬਜ਼ਾ ਸਰਕਾਰ ਦੀ ਬਜਾਏ ਪ੍ਰਾਈਵੇਟ ਦਾ ਹੋ ਗਿਆ, ਤੇ ਲੋਕਾਂ ਦਾ ਕੀ ਹਾਲ ਹੋਊਗਾ, ਇਹ ਸਮਝਣ ਵਾਲੀ ਗੱਲ ਹੈ। ਪਰ ਇਹ ਹੈ ਵੀ ਜਿਹੜੇ ਭਗਤ ਨੇ ਸਾਡੇ ਉੱਥੇ ਉਹ ਨਹੀਂ ਸਮਝਦੇ।
ਹਾਂ ਨਹੀਂ ਉਹ ਨਹੀਂ ਸਮਝਦੇ ਮੋਦੀ ਭਗਤਾਂ ਦੀ ਹੈ ਵੇ ਕਿ ਉਹਨਾਂ ਦੀ ਉਹ ਬ੍ਰੇਨ ਵਾਸ਼ਿੰਗ ਹੈ ਉਹ ਨਾਲ ਦੀ ਵੀ ਨਾ ਉਹ ਇਹੋ ਨਾਲ ਦੀ ਕਿਉਂ ਨਹੀਂ ਲੇਕਿਨ ਫਿਰ ਵੀ ਮੈਂ ਦੇਖ ਰਿਹਾ ਸਾਂ ਕਿ ਅਗਰ ਅਸੀਂ ਇਸ ਅੰਦੋਲਨ ਦਾ ਇਤਿਹਾਸ ਵੇਖੀਏ ਨਾ 3 4 5 ਸਾਲ ਤੇ ਪੰਜਾਬ ਨੇ ਇੱਕ ਵਾਰੀ ਤੇ ਦੱਸ ਦਿੱਤਾ ਨਾ ਕਿ ਜਿਹੜੀ ਇੱਕ ਉਹ ਵੱਡੇ ਕਾਰਪੋਰੇਟ ਸੈਕਟਰ ਵਾਲੇ ਆ ਕੇ ਕਬਜ਼ਾ ਕਰ ਲੈਣਗੇ ਇੱਕ ਦਫਾ ਤੇ ਰੋਕ ਦਿੱਤਾ ਤੁਸੀਂ ਲੋਕਾਂ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਬੋਲੋਗੇ ਕੁਝ ਕਿਸਾਨ ਦੀ ਕੀ ਦੁਬਿਧਾ ਹੈ ਉੱਥੇ ਕੀ ਮਾਮਲਾਤ ਨੇ ਕਿਸਾਨ ਦਾ ਤਾਂ ਰਿਆ ਨਹੀਂ ਕੱਖ ਨਹੀਂ ਦਿੱਤਾ ਇਹਨਾਂ ਨੂੰ ਲੈ ਕੇ ਥੱਲੇ ਨੱਪ ਕੇ ਕਿਸਾਨੀ ਨੂੰ ਤਾਂ ਅੱਛਾ ਕਿਸਾਨੀ ਤਾਂ ਬਿਲਕੁਲ ਜ਼ੀਰੋ ਹੋ ਗਈ ਸਾਡੇ ਪੰਜਾਬ 'ਚ ਤਾਂ। ਛੋਟਾ ਕਿਸਾਨ ਹਾਂਜੀ ਅੱਛਾ ਇੱਕ ਹੋਰ ਗੱਲ ਮੈਂ ਤੁਹਾਡੇ ਸਭ ਕੋਲ ਪੁੱਛਣ ਚਾਹਾਂਗਾ ਉਹ ਐਵੇਂ ਕਿ ਜਿਹੜਾ ਸਮਾਜ ਬਣਦਾ ਨਾ ਉਹਦੇ ਬੜੇ ਰੌਲੇ ਹੁੰਦੇ ਨੇ ਸਾਹਮਣੇ ਨਜ਼ਰ ਕੁਝ ਨਹੀਂ ਆਉਂਦਾ ਅਸੀਂ ਸਾਰੇ ਬੈਠੇ ਹਾਂ ਇੱਕ ਜਗ੍ਹਾ ਦੇ ਉੱਤੇ ਲੇਕਿਨ ਅਗਰ ਥੋੜਾ ਜਿਹਾ ਧਿਆਨ ਦਈਏ ਗੌਰ ਕਰੀਏ ਨਾ ਇੱਥੇ ਵੀ ਤੇ ਉੱਥੇ ਵੀ ਛੋਟੇ ਕਿਸਾਨ ਤੇ ਵੱਡੇ ਕਿਸਾਨ ਦੀ ਜਿਹੜੀ ਵੰਡ ਹੈ ਨਾ ਉਹਦੇ ਪਿੱਛੇ ਕਿੱਥੇ ਜਾਤੀਵਾਦ ਵੀ ਹੁੰਦੀ ਹੈ ਉੱਥੇ ਜਿਹੜਾ ਜ਼ਿਆਦਾ ਹੈ ਜਾਤੀਵਾਦ ਤੇ ਛੋਟਾ ਕਿਸਾਨ ਜਿਹੜਾ ਹੈ ਮਤਲਬ ਉਹ ਤੁਸੀਂ ਖੁਦ ਦੱਸ ਰਹੇ ਹੋ ਨਾ ਕਿ ਜੱਟ ਔਰ ਬਾਕੀ ਜਿਹੜੇ ਮਾਮਲਾਤ ਹੁੰਦੇ ਨੇ ਇਹ ਵੀ ਕੋਈ ਮਸਲਾ ਹੈ ਜਾਤੀਵਾਦ ਨੂੰ ਲੈ ਕੇ ਵੀ ਕੋਈ ਸਮਝ ਆਉਂਦੀ ਹੈ ਕਿ ਅਗਰ ਕੋਈ ਗਰੀਬ ਹੈ ਤੇ ਉਹਦੀ ਗੁਰਬਤ ਦੀ ਵਜ੍ਹਾ ਉਹਦੇ ਮਾੜੇ ਹੋਣ ਦੀ ਵਜ੍ਹਾ ਉਸ ਸਦੀਆਂ ਦਾ ਬਹੁਤ ਪੁਰਾਣਾ ਜਿਹੜਾ ਇੱਕ ਜਾਤੀਵਾਦ ਦਾ ਫਰਕ ਹੈ ਉਹ ਹੈਗਾ ਕਿ ਨਹੀਂ ਨਹੀਂ ਸਾਡੇ ਤਾਂ ਕੋਈ ਨਹੀਂ ਅੱਛਾ ਸਿੱਖੀ ਦੇ ਅੰਦਰ ਨਹੀਂ ਹੈ ਨਾ ਬਿਲਕੁਲ ਨਹੀਂ ਹੈਗਾ ਇਹ ਹਿੰਦੂ ਧਰਮ ਦੇ ਅੰਦਰ ਹੈ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਦੇਖੋ ਜੀ ਹੜ੍ਹ ਆਇਆ ਉੱਥੇ ਅੱਛਾ ਹੜ੍ਹ ਦੇ ਵਿੱਚ ਮਤਲਬ ਜਿੰਨੀ ਮਦਦ ਸਾਰੇ ਪੰਜਾਬ ਨੇ ਹਰਿਆਣੇ ਨੇ ਯੂਪੀ ਨੇ ਰਾਜਸਥਾਨ ਨੇ ਸਭ ਨੇ ਕੀਤੀ ਪਰ ਹਿੰਦੂ ਉੱਥੇ ਕੋਈ ਨਹੀਂ ਵੜਿਆ ਜੋ ਕੰਮ ਸਰਕਾਰ ਨੇ ਕਰਨਾ ਸੀ ਉਹ ਲੋਕਾਂ ਨੇ ਆਪ ਕਰਤਾ 3-4 ਦਿਨ ਦੇ ਵਿੱਚ ਉੱਥੇ ਇੰਨਾ ਸਮਾਨ ਪਹੁੰਚ ਗਿਆ 3-4 ਦਿਨ ਲੋੜ ਨਹੀਂ ਸੀ ਹੁਣ ਸਾਡੇ ਤੱਕ ਆ ਰਿਹਾ ਪੰਜਾਬ 'ਚ ਕੁਦਰਤੀ ਆਫਤ ਆ ਜੇ ਨਾ ਜੀ ਕੁਦਰਤੀ ਆਫਤ ਆ ਜੇ ਸਾਡੇ ਪੰਜਾਬ 'ਚ ਤੇ ਸਾਡਾ ਸਿੱਖ ਧਰਮ ਜਿਹੜਾ ਹੈਗਾ ਇੰਨਾ ਇਹ ਨਰਮਾਈ ਵਾਲਾ ਮਤਲਬ ਇਹ 'ਚ ਨਰਮਾਈ ਜ਼ਿਆਦੇ ਆ ਕਿ ਇਹ ਮਤਲਬ ਮਾੜੀ ਜੀ ਕਹਿਣ ਦੀ ਗੱਲ ਹੀ ਆ ਤੇ ਟਰਾਲੀਆਂ ਭਰ ਕੇ ਉੱਥੇ ਅਨਾਜ ਸਾਡੇ ਪਾਣੀ ਆਇਆ ਸੀ ਕੁਦਰਤੀ ਆਫਤ ਆਈ ਸੀ ਮੁਸਲਮਾਨ ਉੱਥੋਂ ਯੂਪੀ ਤੋਂ ਰਾਜਸਥਾਨ ਤੋਂ ਆ ਕੇ ਇਹਨਾਂ ਨੇ ਇੱਥੇ ਸਾਰੇ ਘਰ ਜਿੱਥੇ ਵੇਖਿਆ ਆਪ ਖੁਦ ਸਿਰ ਤੇ ਚੁੱਕ ਕੇ ਉਹਨਾਂ ਦੇ ਘਰਾਂ ਦੇ ਵਿੱਚ ਸਮਾਨ ਪਹੁੰਚਾਇਆ ਮਹੀਨਾ ਨਾ ਕੈਂਪ ਲਾੜੇ ਦਵਾਈਆਂ ਦੇ ਕਣਕਾਂ ਸੀ ਕੱਪੜਾ ਕੀ ਸਾਰੇ ਬਹੁਤ ਜ਼ਿਆਦਾ ਜਦੋਂ ਹੜ੍ਹ ਆਇਆ ਨਾ ਸਾਡੇ ਤੇ ਮਲੇਰਕੋਟਲੇ ਨੇ ਤਾਂ ਸਾਡੇ ਉੱਥੇ ਲਾਸਟ ਵਿੱਚ ਟੈਂਟ ਹੀ ਲਾੜੇ ਪੱਕੇ ਨਾਲੇ ਇਹ ਵੀ ਹੈ ਜਿਨ੍ਹਾਂ ਦੀ ਫਸਲ ਪੂਰੀ ਤਬਾਹ ਹੋ ਗਈ ਉਹਨਾਂ ਦਾ ਜਿਹੜਾ 8-8 4-4 5-5 ਫੁੱਟ ਰੇਤਾ ਆ ਗਿਆ ਉਹ ਵੀ ਸਾਰਿਆਂ ਨੇ ਰਲ ਕੇ ਇਕੱਠਾ ਕਰਿਆ ਅਸੀਂ ਵੇਖ ਰਹੇ ਸਾਂ ਵੀਡੀਓ ਚੱਲ ਰਹੀ ਸਨ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਇਕੱਠਾ ਕਰਿਆ ਉਸ ਤੋਂ ਬਾਅਦ ਜਿਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਪੂਰੇ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਵੀ ਦਿੱਤਾ ਹੈ ਦਵਾਈਆਂ ਤੱਕ ਖਾਦਾਂ ਤੱਕ ਬੀਜ ਤੱਕ ਸਾਰਾ ਦੇ ਕੇ ਕਣਕਾਂ ਬੀਜ ਕੁਦਰਤੀ ਕੇ ਆਪਣੇ ਇੰਨਾ ਲਾ ਲਓ ਕੁਦਰਤੀ ਆਫਤ ਪੰਜਾਬ 'ਚ ਆ ਗਈ ਨਾ ਸਾਡਾ ਭਾਈਚਾਰਾ ਉਹਦੀ ਮਦਦ ਕਰਦਾ ਅੱਛਾ ਇਹ ਤੇ ਚੰਗੀਆਂ ਗੱਲਾਂ ਹੋ ਗਈਆਂ ਨਾ ਮੈਂ ਆਖਰੀ ਸਵਾਲ ਪੁੱਛ ਰਿਹਾ ਹਾਂ ਕਿਉਂਕਿ ਕਾਫੀ ਲੰਬੀ ਗੱਲ ਹੋ ਗਈ ਤੁਹਾਡਾ ਬਹੁਤ ਸਾਰਾ ਸਮਾਂ ਲੈ ਲਿੱਤਾ ਤੇ ਬੜੀ ਮੇਰਾ ਕਹਿਣਾ ਕਿ ਖੁੱਲਾ ਗੁਫ਼ਤਗੂ ਹੋਈ ਹੈ ਤੇ ਉਮੀਦ ਹੈ ਕਿ ਤੁਹਾਨੂੰ ਕੋਈ ਮੇਰੀ ਗੱਲ ਬੁਰੀ ਨਹੀਂ ਲੱਗੀ ਹੋਗੀ ਇੱਕ ਆਖਰੀ ਸਵਾਲ ਮੈਂ ਅਗਰ ਇਹ ਪੁੱਛਣਾ ਚਾਹਾਂ ਨਾ ਜੋ ਇੱਕ ਸੂਰਤ ਹਾਲ ਬਣ ਮੈਂ ਇੱਕ ਤਕਰੀਰ ਸੁਣ ਰਿਹਾ ਸਾਂ ਮੈਨੂੰ ਹੁਣ ਉਹ ਜਿਹੜਾ ਆਪਣਾ ਨੇਤਾ ਜੀ ਨੇ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਪੰਜਾਬ ਦੇ ਸਨ ਉਹ ਲੋਕ ਸਭਾ ਦੇ ਅੰਦਰ ਹੀ ਤਕਰੀਰ ਕਰ ਰਹੇ ਸਨ ਕਿ ਜਿਹੜਾ ਮੋਦੀ ਜੰਗ ਲਾਉਂਦਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਪੰਜਾਬ ਨੂੰ ਹੁੰਦਾ ਅੱਗੇ ਪੰਜਾਬ ਆਉਂਦਾ ਠੀਕ ਹੈ ਨਾ ਤੇ ਅਸੀਂ ਬਿਲਕੁਲ ਯੁੱਧ ਦੇ ਹੱਕ 'ਚ ਹੈ ਹੀ ਨਹੀਂ ਉੱਥੇ ਦਾ ਜਿਹੜਾ ਪੰਜਾਬ ਹੈ ਉਹ ਨਹੀਂ ਲੜਨਾ ਚਾਹੁੰਦਾ ਲੇਕਿਨ ਸੈਂਟਰ ਜਿਹੜਾ ਹੈ ਸਪੈਸ਼ਲੀ ਦਿੱਲੀ ਦੀ ਜਾਂ ਪੁਰਾਣਾ ਹਸਤਨਾਪੁਰ ਦੀ ਅਗਰ ਅਸੀਂ ਗੱਲ ਕਰੀਏ ਤੇ ਮੋਦੀ ਸਰਕਾਰ ਜੰਗ ਦੇ ਬਗੈਰ ਰਹਿ ਨਹੀਂ ਸਕਦੀ ਇਹ ਗੱਲ ਸੱਚੀ ਹੈ ਤੁਸੀਂ ਤੁਹਾਡੇ ਤੋਂ ਅਗਰ ਮੈਂ ਸ਼ੁਰੂ ਕਰਾਂ ਜੰਗ ਨਹੀਂ ਚਾਹੁੰਦਾ ਪੰਜਾਬ ਨਾ ਪੰਜਾਬ ਬਿਲਕੁਲ ਨਹੀਂ ਜੰਗ ਚਾਹੁੰਦਾ ਪੰਜਾਬ ਬਿਲਕੁਲ ਨਹੀਂ ਜੰਗ ਚਾਹੁੰਦਾ ਜੀ ਤੁਸੀਂ ਕੀ ਕਹੋਗੇ ਵੇਖੋ ਜੀ ਜਿਹੜੀ ਸਾਡੀ ਸ੍ਰੀਨਗਰ ਦੀ ਹੱਦ ਆ ਕੁਛ ਵੇ ਸ਼ਰਾਰਤੀ ਅਨਸਰ ਗੜਬੜ ਕਰਦੇ ਸ਼ਰਾਰਤੀ ਅਨਸਰ ਗੜਬੜ ਕਰਦੇ ਆ ਉਹ ਗੜਬੜ ਕਿਉਂਕਿ ਮਤਲਬ ਜਿਵੇਂ ਆਪਾਂ ਨੇ ਅੱਗ ਚੁੱਲ੍ਹੇ 'ਚ ਧੁਖਦੀ ਉਹ ਰੱਖਦੇ ਨੇ ਉਹ ਸਾਡੇ ਇੱਕ ਜਨਰਲ ਸਾਹਿਬ ਹੁੰਦੇ ਸਨ ਉਹ ਕਹਿੰਦੇ ਸਨ ਹਲਕੀ ਅੱਗ ਦੇ ਉੱਤੇ ਨਾ ਖਿਚੜੀ ਜਾਂ ਪਤਾ ਨਹੀਂ ਕੁਝ ਪੱਕਦਾ ਰਹਿਣਾ ਚਾਹੀਦਾ ਉਹ ਮੈਨੂੰ ਭੁੱਲ ਗਿਆ ਉਹ ਵੀ ਸ਼ਰਾਰਤੀ ਅਨਸਰ ਕੁਛ ਉਹ ਕੋਈ ਹਿੱਸਾ ਹੈਗਾ ਸ੍ਰੀਨਗਰ 'ਚ ਜਿੱਥੇ ਸ਼ਰਾਰਤੀ ਅਨਸਰ ਆ ਕੇ ਮਤਲਬ ਕੋਈ ਨਾ ਕੋਈ ਚਿੰਗੜੀ ਸ਼ਰਾਰਤ ਛੇੜਦੇ ਆ ਤੇ ਉਹ ਸ਼ਰਾਰਤ
ਤੈਨੂੰ ਪਤਾ ਫਿਰ ਮੁੱਦਾ ਬਣ ਜਾਂਦਾ ਸੀਗਾ। ਲੇਕਿਨ ਮੈਂ ਅਗਰ ਜਨਤਾ ਦੀ ਗੱਲ ਕਰਾਂ, ਪੰਜਾਬੀ ਆਵਾਮ ਦੀ ਗੱਲ ਕਰਾਂ, ਪੰਜਾਬੀ ਜਨਤਾ, ਉਹ ਤੇ ਮੇਰਾ ਖਿਆਲ ਹੈ ਵਾਰ ਜੰਗ ਯੁੱਧ ਦੇ ਹੱਕ 'ਚ ਬਿਲਕੁਲ ਵੀ ਨਹੀਂ। ਅਸੀਂ ਤਾਂ ਸ਼ਾਂਤਮਈ ਮਾਹੌਲ ਚਾਹੁੰਦੇ ਹਾਂ ਜੀ। ਸ਼ਾਂਤਮਈ ਮਾਹੌਲ ਫਾਇਦਾ ਕੀ ਹੈ? ਦੇਖੋ ਅਸੀਂ ਕੀ ਮਿਲਣਾ ਹੈ ਜਾਂ ਕੀ ਜਾਣਾ ਹੀ ਹੈ? ਛੋਟੇ ਜ਼ਿਮੀਂਦਾਰ ਆ, ਕਿਸਾਨੀ 'ਚ ਸਿਰਫ ਅਸੀਂ ਬੱਚੇ ਹੀ ਪਾਲਦੇ ਹਾਂ। ਸਾਨੂੰ ਕੋਈ ਕਮਾਈ ਲੰਮੀ ਹੈ ਨਹੀਂ। ਸਾਡੇ ਸਿਰਫ ਇੱਕ ਧੰਦਾ ਜੱਦੀ ਪੁੱਛੀ ਪਿਓ ਦਾਦੇ ਦਾ ਧੰਦਾ ਸਾਡਾ, ਇਹ ਅਸੀਂ ਛੱਡ ਨਹੀਂ ਸਕਦੇ। ਚਾਹੇ ਸਾਨੂੰ ਨਫਾ ਚਾਹੇ ਸਾਨੂੰ ਨੁਕਸਾਨ ਆ, ਇਹ ਅਸੀਂ ਕਰਨਾ ਹੀ ਕਰਨਾ। ਤੇ ਸਾਡਾ ਸਿਰਫ ਇੱਕ ਮਤਲਬ ਜਿਵੇਂ ਆਪਾਂ ਕਹਿੰਦੇ ਪੇਟ ਚਟਾਈ ਵੀ ਆਈ ਚਲਾਈ ਚੱਲਦੀ ਆ, ਰੋਟੀ ਪਾਣੀ, ਕੋਈ ਸਾਨੂੰ ਇਹ 'ਚ ਕੋਈ ਲੰਮੀ ਕਮਾਈ ਨਹੀਂ। ਫਿਰ ਇਹ ਬਾਬੇ ਨਾਨਕ ਦੀ ਤੱਕੜੀ ਆ, ਖੇਤੀ ਦਾ ਧੰਦਾ ਸੱਚਾ ਸੁੱਚਾ ਸੌਦਾ ਇਹ। ਬਿਲਕੁਲ ਬਿਲਕੁਲ, ਇਹ ਵਪਾਰੀਆਂ ਵਾਲੀਆਂ ਮਾਲ ਧਾੜਾ ਹੈ ਨਹੀਂ। ਬਾਕੀ ਤੁਸੀਂ ਇਹ ਵੀ ਮੇਰੀਆਂ ਸੁਣਿਆ ਤਾਂ ਸਹੀ ਆ ਨਾ ਗੱਲ। ਬਿਲਕੁਲ ਬਾਬੇ ਨਾਨਕ ਦੀ ਤੱਕੜੀ ਆ ਸਾਡੇ ਖੇਤੀ, ਇਹ 'ਚ ਵਪਾਰੀਆਂ ਵਾਲੀਆਂ ਮਾਲ ਧਾੜਾ ਹੈ ਨਹੀਂ ਗੀਆਂ। ਤੇ ਇਹ 'ਚ ਸਾਨੂੰ ਸਿਰਫ ਰੋਟੀ ਆ ਸਾਡੀ। ਜੀਓ ਤੇ ਜੀਣ ਦੋ। ਹਾਂ ਬਸ ਰੋਟੀ ਖਾਣੀ। ਹਾਂ, ਬਾਕੀ ਤੁਸੀਂ ਤੁਸੀਂ ਸੁਣਿਆ ਹੋਣਾ ਸਾਡੇ ਇੱਕ ਐਮਐਲਏ ਐਮਪੀ ਸਾਹਿਬ ਨੇ ਹੋਰ ਵੀ ਡਿਮਾਂਡ ਕੀਤੀ ਹੈ ਵੀ ਜਦੋਂ ਗੁਜਰਾਤ ਤੋਂ ਵਪਾਰ ਹੋ ਰਿਹਾ ਹੈ, ਪੰਜਾਬ ਤੋਂ ਕਿਉਂ ਨਹੀਂ ਹੋ ਰਿਹਾ? ਹਾਂ ਆਪਣੇ ਬੰਦ ਹੈ ਨਾ, ਗੁਜਰਾਤ ਤੋਂ ਹੋ ਰਿਹਾ, ਆਪਣੇ ਦੋਨਾਂ 'ਚ ਹੋ ਰਿਹਾ ਹੋ ਰਿਹਾ, ਨਾ। ਬਿਲਕੁਲ। ਇੱਥੋਂ ਕੋ ਬੰਦ ਹੈ, ਮੁੱਦਾ ਚੁੱਕਿਆ ਹੁਣੇ 15-20 ਦਿਨ ਪਹਿਲਾਂ। ਹਾਂ ਬਿਲਕੁਲ। ਖੈਰ ਅਸੀਂ 7-8 ਦਿਨ ਤੋਂ ਹੁਣ ਹੈ ਨਹੀਂ ਸਾਡੇ ਕੋਲ ਨੈੱਟ ਵਗੈਰਾ, ਹਾਂ ਅੱਗੇ ਪਤਾ ਨਹੀਂ ਹੁਣ ਕੀ ਹੋਰ ਮੁੱਦੇ ਹੋਏ ਆ, ਪਰ ਉਹਨਾਂ ਨੇ ਮੁੱਦਾ ਚੁੱਕਿਆ ਵੀ ਜੇ ਵਪਾਰ ਗੁਜਰਾਤ ਤੋਂ ਹੋ ਸਕਦਾ, ਪੰਜਾਬ ਤੋਂ ਕੋਈ ਨਹੀਂ ਹੋ ਸਕਦਾ। ਹੋ ਸਕਦਾ ਸ਼ੁਰੂ ਕਰੋ। ਹਾਂ, ਤੇ ਦੂਸਰੀ ਗੱਲ ਇਹ ਵੀ ਕਿ ਅਸੀਂ ਮਾਰ ਪਟਾਂਗੇ ਦੀ ਗੱਲ ਕਰਨੇ ਆ ਤੇ ਇਹ ਵਿਭਾਜਨ ਦੀ ਗੱਲ ਕਰਨੇ ਆ, ਉਹ ਵੀ ਪੰਜਾਬ ਦਾ ਹੀ ਹੋਇਆ ਵਿਭਾਜਨ। ਹਾਂਜੀ ਦੇਖੋ, ਬੰਗਾਲ ਦਾ ਹੋਇਆ ਸੀ ਜਾਂ ਪੰਜਾਬ ਦਾ ਹੋਇਆ ਸੀ? ਬੰਗਾਲ ਦਾ ਹੋਇਆ ਸੀ ਜਾਂ ਪੰਜਾਬ ਦਾ ਹੋਇਆ ਸੀ। ਪੰਜਾਬ ਤਾਂ ਅੱਧਾ ਵੱਢਿਆ ਗਿਆ ਨਾ। ਹਾਂ ਹਾਂ ਜੇ ਆਪਾਂ ਇਕੱਠੇ ਹੁੰਦੇ, ਹਾਂ ਹੋ ਸਕਦਾ ਆਪਾਂ ਹੋਰ ਜ਼ਿਆਦਾ ਤਰੱਕੀ ਕਰਦੇ। ਹਾਂ। ਤੁਸੀਂ ਕੀ ਕਹੋਗੇ? ਬਸ ਜੋ ਇਹਨਾਂ ਨੇ ਕਿਹਾ ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਮਤਲਬ ਸੋਚ ਮਾੜੀ ਹੈ ਇਹਨਾਂ ਦੀ ਸਿੱਖਾਂ ਵਾਸਤੇ, ਪੰਜਾਬ ਵਾਸਤੇ ਹੀ ਆ। ਤੇ ਤੁਹਾਡੇ ਤਾਂ ਸਾਨੂੰ ਇੱਥੇ ਮਾਹੌਲ ਦਾ ਪਤਾ ਨਹੀਂ, ਪੈਂਦੇ ਨੇ ਸਾਰੀ ਦੁਨੀਆ ਪੰਜਾਬ ਨੂੰ ਹੀ ਆ, ਬਾਹਰਲੀਆਂ ਕੰਟਰੀਆਂ ਵੀ ਜਾਂਦੀਆਂ ਇਹ ਵੀ ਪੰਜਾਬ ਹੀ ਆ ਤੇ ਲੈਂਦਾ ਪੰਜਾਬ ਅਸੀਂ ਚੜ੍ਹਦਾ ਪੰਜਾਬ ਆ। ਅਸੀਂ ਤਾਂ ਨੇ ਕਈ ਵੇਲੇ ਲੀਕ ਜੀ ਮਿਟ ਜੇ ਨਾਲ ਤੇ ਤਾਂ ਅਸੀਂ ਦੋਵੇਂ ਤੇ ਇੱਕ ਹੋ ਜਾਈਏ। ਬਾਕੀ ਆਖਰੀ 'ਚ ਅਸੀਂ ਆਏ ਆ, ਹਾਂ ਸਾਨੂੰ ਬੜਾ ਪਿਆਰ ਮਿਲਿਆ। ਹਾਂ ਇਹ ਲਾ ਲਓ ਵੀ ਹਰ ਜਗ੍ਹਾ ਸਾਨੂੰ ਇੰਨਾ ਪਿਆਰ ਮਿਲਦਾ ਹੈ, ਇੰਨਾ ਸਾਡਾ ਸਨਮਾਨ ਹੁੰਦਾ ਹੈ। ਹੁਣ ਅਸੀਂ ਕੀ ਕਹੀਏ ਵੀ ਇਹ ਤੋਂ ਵੱਧ ਪ੍ਰਬੰਧ ਹੋ ਵੀ ਨਹੀਂ ਸਕਦਾ ਜ਼ਬਰਦਸਤ। ਜਿਹੜਾ ਇੱਥੇ ਹੋ ਰਿਹਾ ਹੈ ਸਾਡੇ ਲਈ। ਇੱਕ ਗੱਲ ਮੈਂ ਕਨਕਲੂਡ ਅਗਰ ਕਰਾਂ ਕਿ ਇਸ ਗੱਲ ਦੇ ਉੱਤੇ ਅਸੀਂ ਸਾਰੇ ਇਤਫਾਕ ਕਰਨੇ ਆ ਕਿ ਉਧਰ ਦਾ ਪੰਜਾਬ ਹੋਵੇ ਤੇ ਇਹ ਜਿਹੜਾ ਇੱਕ ਅਸੀਂ ਹੁਣ ਕਹਿੰਦੇ ਨਾ ਕਿ ਨੈਰੇਟਿਵ ਬਣਾਇਆ ਜਾਂਦਾ ਹੈ ਜੰਗ ਦਾ, ਲੜਾਈ ਦਾ, ਇਸ ਕਿਧਰੇ ਸੈਂਟਰ ਦੀ ਤਰਫੋਂ ਹੀ ਆ ਰਿਹਾ। ਉਹੀ ਮੋਦੀ ਸਰਕਾਰ ਮੋਦੀ ਭਗਤ ਦੀ ਸੀ ਤੇ ਮੋਦੀ ਮੀਡੀਆ ਜਾਂ ਗੋਦੀ ਮੀਡੀਆ ਉਹ ਇਹ ਨਫ਼ਰਤਾਂ ਪੈਦਾ ਕਰ ਰਿਹਾ। ਅਦਰਵਾਈਜ਼ ਅਗਰ ਦੇਖਿਆ ਜਾਏ ਤੇ ਲੋਕ ਜਿਹੜੇ ਨੇ ਉਹਨਾਂ ਦੇ, ਉਹ ਕਿਸਾਨ, ਉਹਨਾਂ ਦਾ ਆਪਣੇ ਮਸਲੇ ਨੇ। ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਸਾਨੂੰ ਰੋਟੀ ਮਿਲੇ, ਬੱਚਿਆਂ ਨੂੰ ਤਾਲੀਮ ਪੜ੍ਹਾਈ ਸਿੱਖਿਆ ਮਿਲੇ, ਤੇ ਹੋਰ ਕੀ ਚਾਹੀਦਾ? ਨਾਲੇ ਆਏ ਆ ਜੀ, ਇਹ ਤਾਂ ਤੁਸੀਂ ਵੀ ਨਹੀਂ ਦੱਸ ਸਕਦੇ ਕੋਈ ਬੈਨੀਫਿਟ ਹੈ? ਬਿਲਕੁਲ ਵੀ ਤੁਸੀਂ ਨਹੀਂ, ਦੱਸ ਸਕਦੇ ਹੋ? ਬਿਲਕੁਲ ਮੈਂ ਤਾਂ ਸਿਰ ਇਹ ਬਾਬੇ ਨਾਨਕ ਦੀ ਤੱਕੜੀ ਆ ਇਹ। ਤੁਸੀਂ ਇੱਕ ਬੈਨੀਫਿਟ ਦੱਸ ਦਿਓ ਵੀ ਲੜਾਈ ਦਾ ਕੋਈ ਬੈਨੀਫਿਟ ਨਹੀਂ, ਨੁਕਸਾਨ ਹੈ। ਨੁਕਸਾਨ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ।